ਗੁੱਡ ਮਾਰਨਿੰਗ ਸਟੂਡੈਂਟਸ। ਅੱਜ ਚੈਪਟਰ ਨੰਬਰ 8 ਨੂੰ ਆਪਾਂ ਵਾਈਂਡ ਅਪ ਕਰਦੇ ਹਾਂ। ਅੱਜ ਪੂਰਾ ਹੋ ਜਾਏਗਾ ਚੈਪਟਰ ਨੰਬਰ 8। ਆਪਾਂ ਕਾਫੀ ਲੰਬੇ ਸਮੇਂ ਬਾਅਦ ਸਟਾਰਟ ਕਰਨ ਜਾ ਰਹੇ। ਮੇਰੇ ਖਿਆਲ ਨਾਲ ਲਾਸਟ ਲੈਕਚਰ ਜਿਹੜਾ ਸੀ ਆਪਾਂ 23rd ਨੂੰ ਲਗਾਇਆ ਸੀਗਾ, ਤਾਂ ਮੈਨੂੰ ਲੱਗਾ ਕਿ ਸਿਲੇਬਸ ਕਾਫੀ ਹੋ ਚੁੱਕਾ ਹੈਗਾ, ਤਾਂ ਮੈਂ ਥੋੜ੍ਹਾ ਜ਼ਰੂਰੀ ਸਮਝਿਆ ਕਿ ਤੁਸੀਂ ਵੀ ਆਪਣਾ ਰਿਵਾਈਜ਼ ਕਰ ਲਓਗੇ, ਤਾਂ ਇਸ ਕਰਕੇ ਮੈਂ ਕੁਛ ਇੱਕ ਹਫ਼ਤੇ ਦੀ ਮੈਂ ਬ੍ਰੇਕ ਪਾਈ ਸੀ। ਅੱਜ ਤੋਂ ਆਪਾਂ ਫਿਰ ਸਟਾਰਟ ਕਰਦੇ ਹਾਂ। 2 ਚੈਪਟਰ ਰਹਿ ਜਾਣਗੇ ਆਪਣੇ, ਅਤੇ 2 ਹਫ਼ਤੇ ਹਾਰਡਲੀ 2 ਹਫ਼ਤੇ ਲੱਗਣਗੇ ਆਪਾਂ ਨੂੰ, ਜਾਂ 2 ਹਫ਼ਤੇ ਜਾਂ 4 ਲੈਕਚਰ ਕਹਿ ਸਕਦੇ ਹੋ। 4 ਲੈਕਚਰ ਇੱਕ ਸਬਜੈਕਟ ਇੱਕ ਚੈਪਟਰ ਨੂੰ, ਅਤੇ 4 ਦੂਸਰੇ ਚੈਪਟਰ ਨੂੰ। ਮੈਕਸੀਮਮ 8 ਤੋਂ 10 ਜਿਹੜੇ ਨੇ ਆਪਣੇ ਇੱਥੇ ਹੁਣ ਲੈਕਚਰ ਲੱਗਣਗੇ, ਵੱਧ ਤੋਂ ਵੱਧ ਹੋ ਸਕਦਾ 12 ਲੱਗਣ। ਚਲੋ ਸਟਾਰਟ ਕਰਦੇ ਕੁਐਸਚਨ ਨੰਬਰ 9। Two uniform rods draw beams AB and AC connected by hing at A are placed in vertical plane with extremities B and C resting on a horizontal plane. They are kept from sliding by string connecting B and C with the middle point of the opposite beam. Show that the ratio of the tension of each string to the weight of beam is this. Ratio ਹੋਏਗੀ tension over beam ਦੀ, weight of beam ਦੀ, and theta being the inclination of each beam to the horizontal. Also show that the action of hing on the either beam is this. ਤਾਂ ਲੰਬੀ ਚੌੜੀ ਸਟੇਟਮੈਂਟ ਹੈਗੀ ਹੈ, ਬੜਾ ਵਧੀਆ ਕੁਐਸਚਨ ਹੈਗਾ। ਤਾਂ ਡਾਇਗਰਾਮ ਦੇ ਵਿੱਚ ਬੜੀ ਈਜ਼ੀਲੀ ਸਟੇਟਮੈਂਟ ਸਮਝ ਆ ਜਾਏਗੀ। ਵੈਸੇ ਸ਼ਾਇਦ ਮੈਂ ਪਹਿਲਾਂ ਵੀ ਬਹੁਤ ਵਾਰ ਗੱਲ ਕੀਤੀ ਹੈ ਕਿ ਡਾਇਗਰਾਮ ਨੂੰ ਡਰਾ ਕਰਨਾ, ਸਿਚੁਏਸ਼ਨ ਨੂੰ ਸਮਝਣਾ ਹੀ ਇੱਥੇ ਮੇਜਰ ਪਾਰਟ ਹੁੰਦਾ ਕੁਐਸਚਨ ਦਾ। ਉਸ ਤੋਂ ਬਾਅਦ ਉਹੀ ਮੂਵਮੈਂਟ ਲੈਣਾ ਹੁੰਦਾ, ਜਾਂ ਪਾਰਟਸ ਨੂੰ ਰਿਜ਼ੋਲਵ ਕਰਨਾ ਹੁੰਦਾ, ਫੋਰਸਸ ਨੂੰ ਰਿਜ਼ੋਲਵ ਕਰਨਾ ਹੁੰਦਾ ਅਲੱਗ-ਅਲੱਗ ਡਾਇਰੈਕਸ਼ਨ ਦੇ ਵਿੱਚ, ਵਗੈਰਾ ਵਗੈਰਾ। ਇਸ ਤਰ੍ਹਾਂ ਆਪਾਂ ਕਰਦੇ ਹੁੰਦੇ ਹੈਗੇ। ਮੇਜਰ ਪੋਰਸ਼ਨ ਜਿਹੜਾ ਹੁੰਦਾ ਹੈਗਾ ਉਹ ਆਪਾਂ ਦੇਖਣਾ ਹੁੰਦਾ ਕਿ ਫੋਰਸਸ ਕਿਵੇਂ ਐਕਟ ਕਰ ਰਹੀਆਂ ਨੇ। ਤਾਂ ਇੱਥੇ ਇੱਕ ਰੋਡ ਏ ਬੀ ਇਸ ਤਰ੍ਹਾਂ ਪਈ ਹੋਈ ਹੈ, ਇੱਕ ਰੋਡ ਇਸ ਤਰ੍ਹਾਂ ਪਈ ਹੋਈ ਹੈ। ਦੋਨੋਂ ਨੇ ਇੱਥੇ ਕਿਸੇ ਹਿੰਗ ਦੇ ਉੱਪਰ ਮਤਲਬ ਮੂਵ ਕਰ ਸਕਦੀਆਂ। ਆਹ ਰੋਡ ਜਿਹੜੀ ਇਸ ਤਰ੍ਹਾਂ ਮੂਵ ਕਰ ਸਕਦੀ ਹੈਗੀ ਹੈ, ਇਹ ਵੀ ਰੋਡ ਇਸ ਤਰ੍ਹਾਂ ਜਿਹੜੀ ਹੈਗੀ ਹੈ ਮੂਵ ਕਰ ਸਕਦੀ ਹੈਗੀ ਹੈ। ਅਤੇ ਇਹ ਦੋਨੋਂ ਜਿਹੜੀਆਂ ਇਸ ਗਰਾਊਂਡ ਦੇ ਉੱਪਰ ਟਿਕਾਈਆਂ ਹੋਈਆਂ, ਇਸ ਗਰਾਊਂਡ ਦੇ ਉੱਪਰ ਟਿਕਾਈਆਂ ਹੋਈਆਂ ਦੋਨੋਂ ਰੋਡਸ। ਇਹ ਰੋਡ ਜਿਹੜੀ ਇੱਧਰ ਨੂੰ ਖਿਸਕੇਗੀ, ਇਸ ਸਾਈਡ ਨੂੰ, ਇੱਧਰਲੇ ਪਾਸੇ ਨੂੰ। ਇਹ ਰੋਡ ਜਿਹੜੀ ਇੱਧਰ ਨੂੰ ਖਿਸਕੇਗੀ ਕਿਉਂਕਿ ਥੱਲੋਂ ਜਿਹੜਾ ਗਰਾਊਂਡ ਆ ਸਮੂਥ ਹੈ, ਅਤੇ ਆਪਣੇ ਭਾਰ ਕਰਕੇ ਇੱਧਰ ਨੂੰ ਖਿਸਕ ਸਕਦੀ ਹੈਗੀ। ਠੀਕ ਹੈ, ਆਹ ਵੀ ਜਿਹੜਾ ਹੈਗਾ ਉੱਪਰ ਥੱਲੇ ਨੂੰ ਹੋ ਸਕਦਾ ਹੈਗਾ। ਹਾਲਾਂਕਿ ਇਹਨੇ ਇੱਥੇ ਪ੍ਰੋਪਰਲੀ ਮੈਂਸ਼ਨ ਨਹੀਂ ਕੀਤਾ, ਕਿਉਂਕਿ ਇੱਥੇ ਗੱਲ ਕੁਐਸਚਨ ਦੇ ਵਿੱਚ ਕਮੀ ਹੈ। ਆਹ ਜਿਹੜੀ ਹਿੰਗ ਜ਼ਰੂਰ ਹੈਗੀ ਹੈ, ਪਰ ਇਹ ਉੱਪਰ ਥੱਲੇ ਇਹਨੂੰ ਵੀ ਮੂਵ ਕਰ ਸਕਦੀ ਹੈਗੀ ਹੈ। ਠੀਕ ਹੈ, ਜਿਸ ਕਰਕੇ ਇਹ ਰੋਡ ਜਿਹੜੀ ਹੈਗੀ ਇੱਧਰ ਨੂੰ ਜਾ ਸਕਦੀ ਹੈ। ਠੀਕ ਹੈ, ਇਹ ਵੀ ਰੋਡ ਇੱਧਰ ਨੂੰ ਜਾ ਸਕਦੀ ਹੈ। ਪਰ ਆਪਾਂ ਕੀ ਕੀਤਾ ਹੋਇਆ, ਇਸ ਰੋਡ ਦਾ ਆਹ ਸਿਰਾ ਨਾ ਇਸ ਰੋਡ ਦੇ ਨਾਲ ਬੰਨਿਆ ਹੋਇਆ, ਇੱਧਰਲੇ ਪਾਸੇ ਇੱਧਰ ਆਹ ਬੰਨਿਆ ਹੋਇਆ, ਅਤੇ ਇਹ ਰੋਡ ਨਾ ਆਹ ਇੱਧਰ ਨੂੰ ਨਹੀਂ ਜਾਊਗੀ ਹੁਣ, ਅਤੇ ਨਾ ਹੀ ਆਹ ਇੱਧਰ ਨੂੰ ਜਾਊਗੀ। ਜੇ ਰੋਡ ਆ ਇੱਧਰ ਨੂੰ ਜਾਊਗੀ ਤਾਂ ਇਸ ਸਟਰਿੰਗ ਦੁਆਰਾ ਖਿੱਚ ਪਊਗੀ, ਅਤੇ ਨਾਲ ਦੀ ਨਾਲ ਆਹ ਰੋਡ ਜਿਹੜੀ ਹੈ ਇਹਦੀ ਇਸ ਸਟਰਿੰਗ ਦੁਆਰਾ ਇਸ ਰੋਡ ਦੇ ਉੱਪਰ ਖਿੱਚ ਪਾਏਗੀ। ਠੀਕ ਹੈ, ਤਾਂ ਇਹ ਦੋਨੋਂ ਰੋਡ ਜਿਹੜੀਆਂ ਹੈਗੀਆਂ ਇਸ ਸਟਰਿੰਗ ਅਤੇ ਇਸ ਸਟਰਿੰਗ ਦੁਆਰਾ ਇੱਕ ਦੂਜੇ ਨੂੰ ਖਿੱਚ ਕੇ ਰੱਖੀਆਂ ਹੋਈਆਂ, ਯਾਨੀ ਕਿ ਆਹ ਰੋਡ ਇੱਧਰ ਨੂੰ ਨਹੀਂ ਜਾ ਰਹੀ ਅਤੇ ਆਹ ਰੋਡ ਇੱਧਰ ਨੂੰ ਨਹੀਂ ਜਾ ਰਹੀ, ਯਾਨੀ ਕਿ ਇੱਕ ਸਟੇਬਲ ਇਕੁਇਲਿਬਰੀਅਮ ਦੇ ਵਿੱਚ ਹੈਗੀਆਂ ਨੇ। ਅਤੇ ਇਸ ਹਿੰਗ ਦੇ ਉੱਪਰ ਜਿਹੜੀ ਹੈਗੀ ਆ ਆਪਣੀ ਹਿੰਗ ਕਹਿ ਲਓ ਜਾਂ ਹਿੰਜ ਕਹਿ ਲਓ, ਜਿਸ ਤਰ੍ਹਾਂ ਠੀਕ ਲੱਗਦਾ ਹੈਗਾ। ਵੈਸੇ ਹਿੰਜ ਨੋਰਮਲੀ ਕਿਹਾ ਜਾਂਦਾ ਹੈਗਾ। ਤਾਂ ਇਸ ਹਿੰਜ ਦੇ ਉੱਪਰ ਕੁਛ ਰਿਐਕਸ਼ਨਸ ਹੋਣਗੀਆਂ, ਅਤੇ ਆਪਾਂ ਰਿਐਕਸ਼ਨਸ ਨੂੰ ਵੀ ਕੈਲਕੂਲੇਟ ਕਰਨਾ ਹੈਗਾ ਕਿ ਉਹ ਕਿਵੇਂ ਰਿਐਕਸ਼ਨਸ ਹੋਣਗੀਆਂ। ਤਾਂ ਪਹਿਲੇ ਆਪਾਂ ਗੱਲ ਕਰਦੇ, ਲੈਟ ਏ ਬੀ ਐਂਡ ਏ ਸੀ ਬੀ ਦਾ ਰੋਡ hinged at point A. There will be equal and opposite reactions at the hinge. ਠੀਕ ਹੈ, ਹੁਣ ਇਸ ਰੋਡ ਕਰਕੇ ਵੀ ਇੱਥੇ ਰਿਐਕਸ਼ਨ ਹੋਏਗੀ, ਅਤੇ ਇਸ ਰੋਡ ਕਰਕੇ ਵੀ ਰਿਐਕਸ਼ਨ ਹੋਏਗੀ, ਕਿਉਂਕਿ ਦੋਨਾਂ ਦੇ ਵੇਟ ਬਰਾਬਰ ਨੇ, ਤਾਂ ਇੱਥੇ ਰਿਐਕਸ਼ਨਸ ਵੀ ਬਰਾਬਰ ਹੋਣਗੀਆਂ। ਅਤੇ ਆਪਾਂ ਨੂੰ ਫਿਰ ਦੇਖਣਾ ਪਊਗਾ ਕਿ ਹੁਣ ਸਾਰੇ ਪਾਸੇ, ਕਿਉਂਕਿ ਜਿਹੜੇ ਇਹਦੀ ਹਿੰਜ ਦੀ ਰਿਐਕਸ਼ਨ ਜਿਹੜੀ ਇਹਦੀ ਹਿੰਜ ਦੀ ਰਿਐਕਸ਼ਨ ਹੋਊਗੀ ਇੱਧਰ ਨੂੰ ਹੋਏਗੀ, ਇੱਧਰਲੇ ਪਾਸੇ ਨੂੰ ਹੋਊਗੀ, ਇੱਧਰਲੇ ਪਾਸੇ ਨੂੰ। ਠੀਕ ਹੈ, ਅਤੇ ਇਸ ਰੋਡ ਦੀ ਜਿਹੜੀ ਰਿਐਕਸ਼ਨ ਹੈ ਉਹ ਇੱਧਰਲੇ ਪਾਸੇ ਨੂੰ ਹੋਊਗੀ। ਠੀਕ ਹੈ, ਤਾਂ ਆਪਾਂ ਇਸ ਤਰ੍ਹਾਂ ਕੰਪੋਨੈਂਟ ਰਿਜ਼ੋਲਵ ਕਰਤੇ। ਆ ਐਕਸ ਕੰਪੋਨੈਂਟ ਹਿੰਜ ਦਾ ਰਿਐਕਸ਼ਨ ਦਾ ਇਸ ਵਾਲੀ ਦਾ, ਅਤੇ ਆਹ ਜਿਹੜਾ ਹੈਗਾ ਕੰਪੋਨੈਂਟ ਹੌਰੀਜੈਂਟਲ ਇਸ ਵਾਲੀ ਹਿੰਜ ਦਾ ਰਿਐਕਸ਼ਨ ਜੋ ਇੱਥੇ ਹੋਏਗਾ। ਇਸੇ ਤਰ੍ਹਾਂ ਆਹ ਵਾਈ ਜਿਹੜੀ ਹੈਗੀ ਹੈ ਰਿਐਕਸ਼ਨ ਹੋਊਗੀ ਇਸ ਹਿੰਜ ਦੀ ਰਿਐਕਸ਼ਨ ਦੀ। ਠੀਕ ਹੈ, ਕੰਪੋਨੈਂਟ ਦੀ ਇਸ ਜਿਹੜੀ ਹਿੰਜ ਦਾ ਜੋ ਇੱਥੇ ਰਿਐਕਸ਼ਨ ਹੋਏਗਾ ਇਸ ਜਗ੍ਹਾ ਇੱਧਰ ਨੂੰ ਲੱਗਦਾ ਹੋਇਆ, ਉਹਦਾ ਕੰਪੋਨੈਂਟ ਹੋਏਗਾ ਇੱਧਰਲੇ ਪਾਸੇ ਨੂੰ। ਇਸੇ ਤਰ੍ਹਾਂ ਹੀ ਜਿਹੜੀ ਹਿੰਜ ਇੱਧਰ ਲੱਗ ਰਹੀ ਹੋਊਗੀ ਉਹਦੀ ਰਿਐਕਸ਼ਨ ਜਿਹੜੀ ਲੱਗ ਰਹੀ ਹੋਊਗੀ ਇੱਥੇ, ਉਹਦਾ ਜਿਹੜਾ ਰਿਐਕਸ਼ਨ ਹੈ ਨੀਚੇ ਨੂੰ ਆਪਾਂ ਲੈ ਲਿਆ। ਅਤੇ ਇਸ ਤਰ੍ਹਾਂ ਆਪਾਂ ਇਕੁਅਲ ਐਂਡ ਆਪੋਜ਼ਿਟ ਸਾਰੇ ਕੰਪੋਨੈਂਟ ਦਿਖਾ ਰਹੇ ਹੈਗੇ ਹਾਂ। ਤਾਂ ਲੈਟ ਐਕਸ ਐਂਡ ਵਾਈ ਬੀ ਦਾ ਕੰਪੋਨੈਂਟ ਆਫ ਸੱਚ ਰਿਐਕਸ਼ਨਸ। ਠੀਕ ਹੈ,
इन हॉरिजेंटल एंड वर्टिकल डायरेक्शन। ਲੈਟ ਐਂਗਲ ਲੈ ਲੈਂਦੇ ਆਪਾਂ ਮੰਨ ਲੈਂਦੇ GBF ਇਜ਼ ਇਕੁਅਲ ਟੂ ਅਲਫਾ। ਤਾਂ ਉਹ ਟੈਂਜਨ ਵਾਲਾ ਫਾਰਮੂਲਾ ਲਗਾ ਦਿੰਦੇ, ਜਿਹੜਾ ਟੈਂਜਨ ਅਲਫਾ ਹੈਗਾ ਉਹ GF/BF ਹੋਏਗਾ, ਹੈ ਨਾ। ਇਹਦੇ ਵਿੱਚ ਇਸ ਵਿੱਚ ਬੜਾ ਈਜ਼ੀਲੀ ਆਪਾਂ ਇੱਥੇ ਫਾਰਮੂਲਾ ਯੂਜ਼ ਕਰ ਲੈਂਦੇ ਹਾਂ। ਲੰਬ ਬੜਾ ਜਿਹੜਾ ਹੁੰਦਾ ਹੈ ਆਧਾਰ ਹੁੰਦਾ ਹੈਗਾ ਨਾ ਆਪਣਾ ਟੈਂਜੈਂਟ। ਤਾਂ ਟੈਂਜੈਂਟ ਅਲਫਾ GF/BF ਆ ਜਾਏਗਾ। GF ਤਾਂ ਆਪਾਂ ਨੂੰ ਪਤਾ ਹੀ ਹੈ, ਅਸਲ 'ਚ ਬੇਸਿਕਲੀ ਉਹ ਸੈਂਟਰੋਇਡ ਹੋਏਗਾ। ਟ੍ਰਾਇੰਗਲ ਹੀ ਬਣ ਰਹੀ ਹੈ ਨਾ ਦੋਨੋਂ ਰੋਡਸ ਦੀ, ਆਹ ਦੋਨੋਂ ਰੋਡਸ ਦੀ ਇੱਕ ਟ੍ਰਾਇੰਗਲ ਹੀ ਬਣ ਰਹੀ ਹੈਗੀ ਹੈ। ਅਤੇ ਆਹ ਜਿਹੜਾ GF ਹੈ ਇਹ ਸੈਂਟਰੋਇਡ ਹੋ ਜਾਏਗਾ ਟ੍ਰਾਇੰਗਲ ਦਾ ਇਸ ਤਰ੍ਹਾਂ ਨਾਲ। ਅਤੇ GF ਫਿਰ 1/3 ਹੋਏਗਾ ਫਿਰ AF ਦਾ, ਹੈ ਨਾ। BF ਵੀ ਲਿਖ ਸਕਦੇ ਹਾਂ AB cos ਥੀਟਾ ਦੇ ਬਰਾਬਰ ਹੈ। ਉੱਥੋਂ ਉਸਨੂੰ ਆਪਾਂ ਲਿਖ ਸਕਦੇ 1/3 AB sin ਥੀਟਾ ਲਿਖ ਸਕਦੇ ਹਾਂ, ਰਾਈਟ। ਅਤੇ ਵੈਲਿਊ ਸਬਸਟੀਟਿਊਟ ਕਰਦੇ ਇੱਕ ਦੂਸਰੇ ਵਿੱਚ, ਤਾਂ ਟੈਂਜਨ ਅਲਫਾ ਜਿਹੜਾ ਹੈਗਾ ਆਪਣਾ ਨਿਕਲਿਆ ਆਏਗਾ। ਟੈਂਜਨ ਅਲਫਾ ਆ ਜਾਏ 1/3 AB sin ਥੀਟਾ ਅਤੇ ਅਪੋਨ AB cos ਥੀਟਾ, AB ਕੱਟੇ ਜਾਣਗੇ ਅਤੇ ਟੈਂਜਨ ਅਲਫਾ ਜਿਹੜਾ ਹੈਗਾ 1/3 ਜਿਹੜਾ ਹੈਗਾ ਟੈਂਜਨ ਥੀਟਾ ਦੇ ਬਰਾਬਰ ਆ ਜਾਏਗਾ। ਇਹ ਇੱਕ ਆਪਣੀ ਰਿਲੇਸ਼ਨ ਇੰਪੋਰਟੈਂਟ ਰਿਲੇਸ਼ਨ ਬਣ ਜਾਂਦੀ ਹੈ, ਜੋ ਕਿ ਰਿਲੇਸ਼ਨ ਹੋਏਗੀ ਬਿਟਵੀਨ ਐਂਗਲ ਅਲਫਾ ਐਂਡ ਐਂਗਲ ਥੀਟਾ। ਅਲਫਾ ਆਪਾਂ ਵੈਸੇ ਆਪਾਂ ਆਪਣੇ ਕੋਲ ਅਸਿਊਮ ਕੀਤਾ, ਥੀਟਾ ਦੇ ਰੱਖਿਆ ਹੈਗਾ, ਤਾਂ ਅਲਟੀਮੇਟਲੀ ਆਪਾਂ ਅਲਫਾ ਕਿਤੇ ਨਾ ਕਿਤੇ ਲਿਮਿਟ ਕਰਾਂਗੇ। ਉਸ ਤੋਂ ਬਾਅਦ ਜਿਹੜਾ ਇਹ ਬੜਾ ਸੌਖਾ ਹੈਗਾ ਪ੍ਰੂਵ ਕਰਨਾ ਕਿ ਜੇ ਆਪਣਾ ਕਿਉਂਕਿ EGC ਜਿਹੜਾ 2 ਅਲਫਾ ਜੇ ਲੈ ਲਈਏ ਆਪਾਂ, ਠੀਕ ਹੈ, ਬੜਾ ਸੋਰੀ ਜੇ ਅਲਫਾ ਹੈ ਐਂਗਲ ਦਾ EGC ਜਿਹੜਾ 2 ਅਲਫਾ ਹੋਏਗਾ, ਠੀਕ ਹੈ। ਇਹ ਤੁਸੀਂ ਆਪਣੇ ਲੈਵਲ 'ਤੇ ਪ੍ਰੂਵ ਕਰ ਸਕਦੇ ਹੋ। ਹੁਣ ਇਹਨਾਂ ਚੀਜ਼ਾਂ ਨੂੰ ਪ੍ਰੂਵ ਕਰਨਾ ਥੋੜ੍ਹਾ ਕੁਐਸਚਨ ਦੇ ਵਿੱਚ ਕੁਐਸਚਨ ਨੂੰ ਕਾਫੀ ਲੰਬਾ ਬਣਾ ਦਿੰਦਾ ਹੈਗਾ, ਕੁਛ ਚੀਜ਼ਾਂ ਜਮੈਟਰੀਕਲੀ ਅੰਡਰਸਟੂਡ ਹੁੰਦੀਆਂ ਹੈਗੀਆਂ। ਤਾਂ ਆਪਾਂ ਕੀ ਕਰਨਾ ਹੈਗਾ, ਹੁਣ ਮੈਂ ਜਿਵੇਂ ਵਾਪਸ ਗੱਲ ਕਰਦਾ ਹਾਂ ਕਿਉਂਕਿ ਦੋਨੋਂ ਰੋਡ ਇੱਕ ਦੂਜੇ ਨੂੰ ਖਿੱਚ ਰਹੀਆਂ ਨੇ, ਠੀਕ ਹੈ। ਤਾਂ ਉੱਥੇ ਟੈਂਸ਼ਨਸ ਜਿਹੜੀਆਂ ਹੋਣਗੀਆਂ, ਜਿਹੜੀ ਦੋਨੋਂ ਸਟਰਿੰਗ ਦੇ ਵਿੱਚ ਟੈਂਸ਼ਨ ਇਕੁਅਲ ਐਂਡ ਆਪੋਜ਼ਿਟ ਲੱਗ ਰਹੀਆਂ ਹੋਣਗੀਆਂ, ਠੀਕ ਹੈ। ਜਿਵੇਂ ਸਪੋਜ਼ ਕਰ ਲਓ ਪਿੱਛੇ ਮੈਂ ਪਿਛਲੇ ਪੇਜ 'ਤੇ ਚੱਲਦਾ ਹੈਗਾ। ਹੁਣ ਜਿਹੜੀ ਹੈਗੀ ਆ ਜਿਹੜੀ ਟੈਂਸ਼ਨ ਹੈ ਇਹ ਇੱਧਰਲੇ ਪਾਸੇ ਨੂੰ ਵੀ ਲੱਗੂਗੀ, ਇੱਧਰਲੇ ਪਾਸੇ ਨੂੰ ਵੀ ਲੱਗੂਗੀ ਇਸ ਰੋਡ ਦੇ ਕਰਕੇ। ਇਸੇ ਤਰ੍ਹਾਂ ਆਹ ਜਿਹੜੀ ਟੈਂਸ਼ਨ ਹੈ ਇਹ ਇੱਧਰ ਨੂੰ ਵੀ ਹੋਊਗੀ ਅਤੇ ਇੱਧਰ ਨੂੰ ਵੀ ਹੋਊਗੀ ਇਸ ਰੋਡ ਦੇ ਕਰਕੇ। ਅਤੇ ਇੱਕ ਦੂਜੇ ਦੇ ਉੱਪਰ ਇਕੁਅਲ ਐਂਡ ਆਪੋਜ਼ਿਟ ਇਫੈਕਟ ਪੈਦਾ ਕਰ ਰਹੀਆਂ ਨੇ ਟੈਂਸ਼ਨਸ ਜਿਹੜੀਆਂ ਦੋਨੋਂ ਰੋਡਸ ਨੇ, ਠੀਕ ਹੈ। ਤਾਂ ਨੋਰਮਲੀ ਟੈਂਸ਼ਨ ਸਟਰਿੰਗ ਦੇ ਵਿੱਚ ਇੱਕੋ ਪਾਸੇ ਹੁੰਦੀ ਹੈ, ਪਰ ਇੱਥੇ ਟੈਂਸ਼ਨ ਦੋਨੋਂ ਪਾਸੇ ਹੋਏਗੀ। ਪਰ ਆਪਾਂ ਕੀ ਕਰਨਾ ਹੈਗਾ, ਐਟ ਏ ਟਾਈਮ ਇੱਕੋ ਹੀ ਰੋਡ ਲੈ ਕੇ ਚੱਲਾਂਗੇ, ਠੀਕ ਹੈ। ਤਾਂ ਵੀ ਫਸਟ ਕੰਸੀਡਰ AB ਅਲੋਨ, ਇੱਕੋ ਰੋਡ AB ਨੂੰ ਮੰਨ ਕੇ ਚੱਲਦੇ ਹੈਗੇ ਆ। ਤਾਂ ਰਿਜ਼ਲਟੈਂਟ T ਅਲੋਂਗ GC ਐਂਡ T ਅਲੋਂਗ GF GE ਜਿਹੜਾ ਹੋਏਗਾ ਕਿੰਨਾ ਹੋਏਗਾ 2T cos ਅਲਫਾ ਹੋਊਗਾ। ਇਹ ਆਪਣਾ ਪਹਿਲੇ ਦੂਜੇ ਚੈਪਟਰ ਜਿਹੜਾ ਆਪਾਂ ਕੀਤਾ ਸੀਗਾ। ਐਂਡ ਵਿਲ ਬੀ ਪੈਰਲਲ ਟੂ BC, ਇਹ ਵੀ ਕੋਈ ਬਹੁਤਾ ਮੁਸ਼ਕਲ ਨਹੀਂ ਹੈਗਾ ਕਿ ਜੇ 2 ਅਲਫਾ ਹੈਗਾ ਐਂਗਲ ਤਾਂ ਉਹਨੂੰ ਬਾਈਸੈਕਟ ਕਰੂਗਾ, ਕਿਉਂਕਿ ਦੋਨੋਂ ਫੋਰਸਸ ਟੈਂਸ਼ਨ ਜਿਹੜੀਆਂ ਬਰਾਬਰ ਨੇ, ਇਸ ਕਰਕੇ ਜਿਹੜਾ ਰਿਜ਼ਲਟੈਂਟ ਫੋਰਸ 2T cos ਅਲਫਾ ਜਿਹੜੀ ਹੈਗੀ ਆ ਉਹ ਬਾਈਸੈਕਟ ਹੀ ਕਰਦੀ ਹੁੰਦੀ ਹੈ। ਆਪਾਂ ਬਹੁਤ ਪਹਿਲਾਂ ਪੜ੍ਹ ਕੇ ਆ ਚੁੱਕੇ ਹਾਂ ਦੂਜੇ ਤੀਜੇ ਚੈਪਟਰ ਦੇ ਵਿੱਚ ਆਪਾਂ ਇਹ। ਤਾਂ ਫਿਰ ਜਿਹੜਾ ਰਿਜ਼ਲਟੈਂਟ ਹੋਏਗਾ BC ਨੂੰ ਆਟੋਮੈਟਿਕਲੀ ਜਿਹੜਾ ਪੈਰਲਲ ਹੋ ਜਾਏਗਾ। ਹੁਣ ਆਪਾਂ ਕੀ ਕਰਦੇ ਹਾਂ, ਅਬਾਊਟ A ਦੇ ਅਬਾਊਟ ਮੂਵਮੈਂਟ ਲੈ ਲੈਂਦੇ ਹੈਗੇ। ਖਿਆਲ ਰੱਖਣਾ ਇੱਥੇ ਆਪਾਂ ਮੰਨ ਕੇ ਚੱਲ ਰਹੇ ਕਿ ਆਪਾਂ ਰੋਡ AC ਨੂੰ ਕੰਸੀਡਰ ਨਹੀਂ ਕਰ ਰਹੇ ਫਿਲਹਾਲ, ਆਪਾਂ ਇਕੱਲੀ AB ਰੋਡ ਨੂੰ ਕੰਸੀਡਰ ਕਰ ਰਹੇ ਹੈਗੇ। ਤਾਂ ਇਹ ਮੂਵਮੈਂਟ ਲੈ ਕੇ ਆਪਾਂ ਫੋਰਸ ਇੱਕ ਇਹ ਹੋ ਗਿਆ, ਡਿਸਟੈਂਸ AG ਹੋ ਗਿਆ A ਤੋਂ, ਠੀਕ ਹੈ। W ਵੇਟ ਹੋ ਗਿਆ ਰੋਡ ਦਾ, ਇਹ ਡਿਸਟੈਂਸ ਹੋ ਗਿਆ A ਤੋਂ। ਇੱਧਰਲੇ ਪਾਸੇ ਰਿਐਕਸ਼ਨ ਜਿਹੜੀ ਸਿੰਗਲ ਰਿਐਕਸ਼ਨ ਲੈ ਰਹੇ ਹੈਗੇ ਆਪਾਂ, ਖਿਆਲ ਰੱਖਿਓ, ਠੀਕ ਹੈ। ਤਾਂ ਮੂਵਮੈਂਟ ਲੈਣ ਤੋਂ ਬਾਅਦ ਇਸ ਤਰ੍ਹਾਂ ਰਿਲੇਸ਼ਨ ਬਣ ਜਾਂਦੀ ਹੈ। ਅਤੇ ਮੈਂ ਕਾਰਨ ਵੀ ਲਿਖਿਆ ਵੀ ਆਰ ਕੰਸੀਡਰਿੰਗ 1 ਰੋਡ ਓਨਲੀ, ਕਿਉਂਕਿ ਰਿਐਕਸ਼ਨ ਇਕੱਲੀ ਇੱਕ ਨਹੀਂ, ਦੂਜੇ ਪਾਸੇ ਵੀ ਇੱਕ ਰਿਐਕਸ਼ਨ ਹੈਗੀ ਹੈ। ਵੇਟ ਵੀ ਦੋ ਵੇਟ ਨੇ, ਇੱਕ ਵੇਟ ਨਹੀਂ ਹੈਗਾ। ਪਰ ਫਿਲਹਾਲ ਮੈਂ ਇੱਕੋ ਰੋਡ ਨੂੰ ਕੰਸੀਡਰ ਕਰ ਰਿਹਾ ਹੈਗਾ, ਠੀਕ ਹੈ। ਥੱਲੇ ਮੈਂ ਕਾਰਨ ਲਿਖਤਾ ਕਿ ਇਸ ਤਰ੍ਹਾਂ ਰਿਲੇਸ਼ਨ ਕਿਉਂ ਬਣ ਰਹੀ, ਕਿਉਂਕਿ ਫੋਰਸਿਸ ਤਾਂ ਕਾਫੀ ਜ਼ਿਆਦਾ ਨੇ, ਠੀਕ ਹੈ। 2 ਵੇਟ ਨੇ ਅਤੇ 2 ਹੀ ਰਿਐਕਸ਼ਨਸ ਨੇ। ਤਾਂ ਇਸ ਕਰਕੇ A ਦੇ ਉੱਪਰ ਜਿਹੜੇ ਰਿਐਕਸ਼ਨਸ ਲੱਗ ਰਹੀਆਂ ਨੇ ਉਹ ਤਾਂ ਚਲੋ ਖੈਰ ਨਿਊਟਰਲਾਈਜ਼ ਹੀ ਹੋ ਜਾਣੀਆਂ, ਬਿਕੋਜ਼ ਉਹਦੇ ਬਾਊਟਿੰਗ ਮੂਵਮੈਂਟ ਲੈ ਰਹੇ ਹੈਗੇ ਆ। ਤਾਂ ਇਸ ਨੂੰ ਆਪਾਂ ਥੋੜ੍ਹਾ ਬਹੁਤ ਸਿੰਪਲੀਫਾਈ ਵਗੈਰਾ ਕਰਕੇ ਆਪਣਾ ਜਿਹੜਾ ਹੈਗਾ ਇੰਨਾ ਬਣ ਜਾਏਗਾ। T ਜਿਹੜਾ ਹੈਗਾ 3W cot ਥੀਟਾ ਸੀਕੈਂਟ ਅਲਫਾ ਬਣ ਜਾਏਗਾ। ਸੀਕੈਂਟ ਅਲਫਾ ਨੂੰ 1 + tan ਅਲਫਾ ਸਕੁਅਰ ਰੂਟ ਲਿਖ ਸਕਦੇ ਹਾਂ। tan ਅਲਫਾ ਦਾ ਫਾਰਮੂਲਾ ਪਿੱਛੇ ਆਪਾਂ ਡਿਰਾਈਵ ਕੀਤਾ 1/3 tan ਥੀਟਾ, ਠੀਕ ਹੈ। ਆਹ ਕੌਡ ਅੰਦਰ ਚਲਾ ਜਾਏਗਾ ਤਾਂ ਸਿੰਪਲੀਫਾਈ ਹੋ ਕੇ ਆਪਣਾ ਜਿਹੜੀ ਟੈਂਸ਼ਨ ਆ ਜਾਏਗੀ, ਠੀਕ ਹੈ। ਤਾਂ ਇਹ ਆਪਣਾ ਪ੍ਰੂਵ ਹੋ ਜਾਂਦਾ ਟੈਂਸ਼ਨ ਵਾਲਾ ਕੰਪੋਨੈਂਟ। ਅਤੇ ਉਸ ਤੋਂ ਬਾਅਦ ਆ ਫੋਰਸਸ ਨੂੰ ਰਿਜ਼ੋਲਵ ਕਰਦੇ ਹਾਂ ਹੌਰੀਜੈਂਟਲੀ ਅਤੇ ਵਰਟੀਕਲੀ। ਅਤੇ ਹੌਰੀਜੈਂਟਲੀ ਰਿਜ਼ੋਲਵ ਕਰੋਗੇ ਤਾਂ X ਜਿਹੜਾ 2T cos ਅਲਫਾ ਦੇ ਬਰਾਬਰ ਆ ਜਾਊਗਾ, ਅਤੇ ਵਰਟੀਕਲੀ ਰਿਜ਼ੋਲਵ ਕਰੋਗੇ ਤਾਂ Y + RW ਦੇ ਬਰਾਬਰ ਹੋਏਗਾ, ਅਤੇ Y + W ਜਿਹੜਾ ਇਜ਼ ਇਕੁਅਲ ਟੂ W ਆ ਜਾਏਗਾ, ਜਿੱਥੋਂ Y ਜਿਹੜਾ ਹੈਗਾ 0 ਆ ਜਾਏਗਾ, ਹੈ ਨਾ। ਇਹਦਾ ਮਤਲਬ ਜਿਹੜੀ ਵਰਟੀਕਲ ਜਿਹੜੀ ਹੈਗੀ ਆ ਰਿਐਕਸ਼ਨ ਹੈਗੀ ਹੀ ਨਹੀਂ, ਸਿਰਫ ਹੌਰੀਜੈਂਟਲੀ ਲੱਗੇਗੀ। ਤਾਂ ਇਸ Y ਨੂੰ ਆਪਾਂ ਦੂਜੀਆਂ ਇਕੁਏਸ਼ਨਾਂ 'ਚ ਯੂਜ਼ ਕਰ ਸਕਦੇ ਹੈਗੇ ਬੜਾ ਈਜ਼ੀਲੀ।
ਤਾਂ ਯੂਜ਼ ਕਰਨ 'ਤੇ ਆਪਾਂ ਰਿਜ਼ਲਟੈਂਟ ਰਿਐਕਸ਼ਨ ਨਿਕਾਲ ਸਕਦੇ ਹਾਂ। ਰਿਜ਼ਲਟੈਂਟ ਰਿਐਕਸ਼ਨ ਕਿੰਨੀ ਹੋਊਗੀ ਹਿੰਜ ਦੇ ਉੱਪਰ, ਉਹ ਹੋਏਗੀ x ਸਕੇਅਰ ਪਲੱਸ y ਸਕੇਅਰ ਦਾ ਸਕੇਅਰ ਰੂਟ। y ਤਾਂ 0 ਹੋ ਹੀ ਗਿਆ ਆਪਣਾ, ਤੇ x ਦੀ ਕੀਮਤ ਆਪਣੀ 2t cos ਅਲਫਾ ਪ੍ਰੂਵ ਕੀਤੀ ਹੈਗੀ ਹੈ, ਤਾਂ ਕਰ ਕੇ 2t cos ਅਲਫਾ ਆ ਜਾਏਗਾ, ਹੈ ਨਾ। ਤੇ cos ਅਲਫਾ ਦੀ ਵੈਲਿਊ ਆਪਾਂ ਪਿੱਛੋਂ ਚੁੱਕ ਸਕਦੇ ਹੈਗੇ ਤੋਂ, ਤੇ ਆਪਣਾ 3w ਇਹਦਾ ਟੈਂਸ਼ਨ ਦੀ ਵੈਲਿਊ ਚੁੱਕ ਲਓ ਪਿੱਛੋਂ, ਭਰਤੀ ਵੈਲਿਊ ਇੱਥੇ, ਤਾਂ ਉਹ ਕੈਂਸਲ ਜਿਹੜਾ ਸੀਕੈਂਡ ਹੈ cos ਅਲਫਾ ਨੂੰ ਕੈਂਸਲ ਕਰ ਦੇਗਾ, 3w/8 cot ਅਲਫਾ cot ਥੀਟਾ ਆ ਜਾਏਗਾ। ਤਾਂ ਹੁਣ ਇਸ ਕੁਐਸਚਨ 'ਚ ਜੇ ਆਪਾਂ ਧਿਆਨ ਮਾਰੀਏ ਤਾਂ ਇਸ ਕੁਐਸਚਨ ਦੇ ਵਿੱਚ ਸਿਰਫ ਤੇ ਸਿਰਫ ਇੱਕੋ ਚੀਜ਼ ਜ਼ਰੂਰੀ ਨਜ਼ਰ ਆਉਂਦੀ ਹੈ। ਈਵਨ ਹਰ ਇੱਕ ਕੁਐਸਚਨ 'ਚ ਇੱਕੋ ਹੀ ਚੀਜ਼ ਜ਼ਰੂਰੀ ਸਾਹਮਣੇ ਆਈ ਹੈ ਕਿ ਡਾਇਗਰਾਮ ਡਰਾ ਕਰਨਾ, ਫੋਰਸਸ ਨੂੰ ਸਹੀ ਤਰੀਕੇ ਨਾਲ ਦਿਖਾਉਣਾ ਕਿ ਕਿਹੜੀ ਫੋਰਸ ਕਿੱਥੇ ਲੱਗ ਰਹੀ ਹੈਗੀ ਹੈ, ਤੇ ਇਕੁਇਲਿਬਰੀਅਮ ਦੀ ਸਟੇਟ ਨੂੰ ਸਹੀ ਤਰੀਕੇ ਨਾਲ ਸਮਝਣਾ। ਬਾਕੀ ਤਾਂ ਜਿਹੜਾ ਹੈਗਾ ਨਾਰਮਲ ਅਲਜਬਰਾ ਹੈ, ਹੋਰ ਕੁਝ ਵੀ ਨਹੀਂ ਹੈਗਾ ਉਹਦੇ ਵਿੱਚ। ਟ੍ਰਿਗਨੋਮੈਟਰੀ ਹੈ, ਟ੍ਰਿਗਨੋਮੈਟਰੀ ਦੇ ਫਾਰਮੂਲੇ ਹੈਗੇ ਆ, ਉਹ ਚੀਜ਼ਾਂ ਵਾਰ-ਵਾਰ ਦੱਸਣੀਆਂ ਠੀਕ ਨਹੀਂ ਹੈਗੀਆਂ ਮੇਰੇ ਖਿਆਲ ਨਾਲ। ਤਾਂ ਬੈਟਰ ਜਿਹੜਾ ਹੈਗਾ ਉਹ ਡਾਇਨਾਮਿਕਸ ਨੂੰ ਸਮਝਣਾ ਜਾਂ ਸਟੈਟਿਕਸ ਨੂੰ ਸਮਝਣਾ ਕਿ ਫੋਰਸਸ ਕਿਵੇਂ ਲੱਗ ਰਹੀਆਂ ਤੇ ਕਿਵੇਂ ਇਕੁਇਲਿਬਰੀਅਮ 'ਚ ਹੈਗੀਆਂ ਨੇ। 14 ਨੰਬਰ ਕੁਐਸਚਨ ਕਰਦੇ ਹਾਂ। ਯੂਨੀਫਾਰਮ ਡਿਸਕ BCD of radius A of weight W is supported by a band of negligible weight and thickness which surround the disc along the arc BCD is fastened at its extremity to the end point A in a vertical wall portion. AD is touching the wall. Plane of disc is right angle to the wall. If length of band not in contact with disc is 2L, show that tension in the band is this, reaction at D is this, right? ਤਾਂ ਇੱਕ ਕੀ ਹੈ, ਡਿਸਕ ਹੈ, ਤੁਸੀਂ ਕੜਾ ਮੰਨ ਸਕਦੇ ਹੋ, ਠੀਕ ਹੈ, ਇਸ ਤਰ੍ਹਾਂ ਕੜਾ ਮੰਨ ਸਕਦੇ ਹੋ, ਜਾਂ ਕੋਈ ਵੀ ਮਤਲਬ ਤੁਸੀਂ ਕੋਈ ਗੋਲ ਚੀਜ਼ ਹੈਗੀ ਹੈ, ਡਿਸਕ ਵਰਗੀ ਗੋਲ ਚੀਜ਼ ਹੈਗੀ ਹੈ, ਬਹੁਤ ਪਤਲੀ ਹੈ ਤੇ ਨਾ ਮਾਤਰ ਜਾਂ ਵੇਟ ਹੈਗਾ ਉਹਦਾ, ਸੋਰੀ ਪਤਲੀ ਹੈ ਤੇ ਆਪਾਂ ਨੂੰ ਕਿਹਾ ਗਿਆ ਹੈਗਾ ਯੂਨੀਫਾਰਮ ਰੋਡ ਆਫ ਨੈਗਲੀਜੀਬਲ ਵੇਟ ਐਂਡ ਥਿਕਨੈਸ। ਤਾਂ ਵੇਟ ਨੈਗਲੀਜੀਬਲ ਹੈ ਤੇ ਜਿਹੜੀ ਉਸਦਾ ਬੈਂਡ ਦਾ ਵੇਟ ਨੈਗਲੀਜੀਬਲ ਹੈ, ਰਾਈਟ। ਤਾਂ ਆਹ ਡਿਸਕ ਹੈ ਇੱਕ, ਠੀਕ ਹੈ। ਤਾਂ ਇਸ ਡਿਸਕ ਦੇ ਨਾ ਆਲੇ ਦੁਆਲੇ ਇੱਕ ਬੈਂਡ ਬਣਤਾ ਇਸ ਤਰ੍ਹਾਂ, ਠੀਕ ਹੈ, ਇਸ ਤਰ੍ਹਾਂ ਬੈਂਡ ਲੈ ਲਓ ਜਾਂ ਸਟਰਿੰਗ ਲੈ ਲਓ। ਉਹ ਬੈਂਡ ਇਸ ਲਈ ਕਿਹਾ ਹੈਗਾ ਕਿ ਕਿਉਂਕਿ ਸਟਰਿੰਗ ਨੇ ਸਪੋਰਟ ਨਹੀਂ ਕਰਨਾ, ਉਹ ਡਿੱਗ ਪਊਗਾ। ਤਾਂ ਕੀ ਕੀਤਾ, ਆਹ ਇੱਕ ਕੰਧ ਹੈਗੀ ਇਸ ਤਰ੍ਹਾਂ, ਠੀਕ ਹੈ। ਤਾਂ ਆਹ ਬੈਂਡ ਦੇ ਆਲੇ ਦੁਆਲੇ ਬੰਨ੍ਹ ਕੇ ਨਾ ਉਹਦੇ ਡਿਸਕ ਦੇ ਉਹਨੂੰ ਇੱਥੇ ਟਾਈ ਕਰਤਾ, ਤੇ ਜਿਹੜੀ ਜਾਂ ਕਹਿ ਲਓ ਕਿ ਜਿਹੜੀ ਡਿਸਕ ਹੈ ਉਹ ਸਿੱਧੀ ਖੜ ਗਈ ਕੰਧ ਦੇ ਨਾਲ 90 ਡਿਗਰੀ ਐਂਗਲ 'ਤੇ, ਠੀਕ ਹੈ। ਮਤਲਬ ਜਿਹੜਾ ਆਹ ਜਿਹੜੀ ਚੀਜ਼ ਹੈ, ਇਹ ਜਿਹੜਾ ਆਹ ਸਾਈਡ ਹੈਗੀ ਡਿਸਕ ਦੀ, ਇਹ ਉਹਨੂੰ ਟੱਚ ਕਰ ਰਹੀ ਹੈਗੀ ਵਾਲ ਦੇ ਨਾਲ। ਜਿਹੜਾ ਪਲੇਨ ਹੈਗਾ ਡਿਸਕ ਦਾ ਉਹ ਪਰਪੈਂਡੀਕੂਲਰ ਹੈਗਾ ਵਾਲ ਦੇ ਨਾਲ। ਤੇ ਜਿਹੜੀ ਲੈਂਥ ਕੰਟੈਕਟ ਦੇ ਵਿੱਚ ਨਹੀਂ ਹੈਗੀ, ਯਾਨੀ ਕਿ ਆ AB ਤੇ ਪਲੱਸ AD 2L ਦੇ ਰੱਖੀ ਹੈਗੀ ਹੈ। ਤੇ ਆਪਾਂ ਟੈਂਸ਼ਨ ਪਤਾ ਕਰਨੀ ਹੈਗੀ, ਇਹਦੇ ਰਿਐਕਸ਼ਨ ਪਤਾ ਕਰਨੀ ਹੈਗੀ। ਹੁਣ ਕੀ ਹੈਗਾ, ਕਿਉਂਕਿ ਜਿਹੜੀ ਡਿਸਕ ਦਾ ਕੋਈ ਵੇਟ ਹੈ ਤਾਂ ਇਹਦੇ ਨਾਲ ਲੱਗ ਰਹੀ ਹੈ, ਇੱਥੇ ਭਰ ਪਾਏਗੀ ਵੇਟ ਦੇ ਉਹਦੇ ਵਾਲ ਦੇ ਉੱਪਰ, ਤਾਂ ਵਾਲ ਜਿਹੜੀ ਇਹਨੂੰ ਰਿਐਕਸ਼ਨ ਦੇਗੀ, ਤਾਂ ਇਸ ਤਰ੍ਹਾਂ 90 ਡਿਗਰੀ ਦੀ ਰਿਐਕਸ਼ਨ ਆ ਜਾਏਗੀ। ਫਿਰ ਕਿਉਂਕਿ ਜਿਹੜਾ ਇਹਦਾ ਵੇਟ ਵੀ ਹੈਗਾ ਡਿਸਕ ਦਾ ਥੱਲੇ ਨੂੰ ਲੱਗੇਗਾ, ਸੈਂਟਰ ਤੋਂ ਹੀ ਲੱਗੇਗਾ, ਕਿਉਂਕਿ ਸੈਂਟਰ ਆਫ ਗ੍ਰੈਵਿਟੀ ਜਿਹੜੀ ਇਹਦੀ ਸੈਂਟਰ 'ਤੇ ਹੀ ਹੋਊਗੀ। ਤਾਂ ਇਹ ਵੇਟ ਕਰਕੇ ਇਹਨਾਂ ਦੋਨੋਂ ਸਟਰਿੰਗ ਦੇ ਵਿੱਚ ਜਿਹੜੇ ਆ ਹਿੱਸੇ ਨੇ ਟੈਂਸ਼ਨ ਪੈਦਾ ਹੋਊਗੀ, ਤੇ ਇੱਕੋ ਹੀ ਨੈਚੁਰਲੀ ਪੈਦਾ ਹੋਊਗੀ, ਠੀਕ ਹੈ, ਵੱਖਰੀ ਵੱਖਰੀ ਨਹੀਂ ਹੋ ਸਕਦੀ ਇਹ। ਤਾਂ ਆਪਾਂ ਪਤਾ ਕਰਨਾ ਕਿ ਟੈਂਸ਼ਨ ਕਿੰਨੀ ਹੋਊਗੀ, ਕਿਉਂਕਿ ਇਹ ਸਰਕਲ ਹੈਗਾ, ਆਹ ਜਿਹੜੀ ਲੈਂਥਾਂ ਨੇ ਦੋਨੋਂ ਬਰਾਬਰ ਹੋਣਗੀਆਂ, ਤੇ ਓਬਵੀਅਸਲੀ ਆਹ ਵੀ ਜਿਹੜਾ ਹੈਗਾ ਲਾਈਨ ਜਿਹੜੀ ਹੈ ਬਾਈਸੈਕਟ ਹੀ ਕਰੂਗੀ, ਇਹ 'ਚ ਕੋਈ ਵੱਡੀ ਗੱਲ ਨਹੀਂ ਹੈਗੀ ਸੋਚਣੀ ਇਹ 'ਚ, ਠੀਕ ਹੈ। ਤਾਂ ਲੈਟ ABCD ਆਪਣਾ ਬੈਂਡ ਮੰਨ ਲਿਆ ਸਾਰਾ, ਜਿਹੜਾ ਦੇਖੋ ਆਹ ਜਿਹੜਾ ABC ਆ ਇਸ ਤਰ੍ਹਾਂ, ਇਹ ਆਪਣਾ ਬੈਂਡ ਹੈ ਪੂਰੇ ਦਾ ਪੂਰਾ, ਜਿਹਦੇ ਵਿੱਚ ਜਿਹੜੀ BCD ਲੈਂਥ ਜਿਹੜੀ ਹੈਗੀ ਬੈਂਡ ਦੀ, ਉਹ ਇਨ ਕੰਟੈਕਟ ਵਿਦ ਡਿਸਕ ਜਿਹੜੀ ਹੈਗੀ ਆ ਉਹ ਡਿਸਕ ਦੇ ਕੰਟੈਕਟ ਵਿੱਚ ਹੈਗੀ BCD, ਬਾਕੀ ਕੰਟੈਕਟ ਵਿੱਚ ਨਹੀਂ ਹੈਗੀ। AB ਤੇ AD ਜਿੰਨਾ ਹੈਗਾ ਉਹ L ਦੇ ਬਰਾਬਰ ਹੈ, ਹੈਗੀ 2L ਹੋ ਜਾਏਗਾ ਦੋਨਾਂ ਦਾ ਕੰਬਾਈਨ, ਜਿਸ ਤਰ੍ਹਾਂ ਆਪਾਂ ਨੂੰ ਦੇ ਰੱਖਿਆ ਹੈਗਾ, ਰਾਈਟ। ਤੇ ਹੁਣ ਕੀ ਹੈਗਾ ਕਿ ਆਪਣਾ ਤੇ ਲੈਮੀ ਥਿਊਰਮ ਲੱਗਣੀ, ਔਰ ਕੁਛ ਨਹੀਂ ਹੈਗਾ। ਧਿਆਨ ਨਾਲ ਦੇਖੀਏ ਤਾਂ ਪਹਿਲੇ ਆਪਾਂ ਗੱਲ ਕਰ ਲੈਂਦੇ ਕਿ ਜਿਹੜਾ ਟੈਂਸ਼ਨ ਦਾ ਜਿਹੜਾ ਟੈਂਸ਼ਨ ਹੈਗੀ ਆ ਅਲੋਂਗ BA ਤੇ DA, ਹੈ ਨਾ, ਦੋ ਟੈਂਸ਼ਨ ਲੱਗ ਰਹੀਆਂ ਨਾ, ਇੱਕ ਤਾਂ BA ਦੇ ਲੌਂਗ ਲੱਗ ਰਹੀ ਹੈ, TA ਦੇ ਲੌਂਗ ਲੱਗ ਰਹੀ ਹੈਗੀ, DA ਦੇ ਲੌਂਗ ਲੱਗ ਰਹੀ ਹੈ। ਦੋਨਾਂ ਦਾ ਜਿਹੜਾ ਰਿਜ਼ਲਟੈਂਟ ਕਿੰਨਾ ਹੋਊਗਾ, 2T cos ਅਲਫਾ ਹੋਊਗਾ, ਹੈ ਨਾ। ਤੇ ਉਹ ਨੈਚੁਰਲੀ O ਦੇ ਵਿੱਚੋਂ ਪਾਸ ਕਰੂਗਾ, ਜਿਹੜਾ ਸੈਂਟਰ ਹੈਗਾ ਉਹਦਾ ਡਿਸਕ ਦਾ, ਕਲੀਅਰ। ਤੇ ਤਿੰਨ ਫੋਰਸਸ ਬਣ ਜਾਂਦੀਆਂ ਹੈਗੇ, 2T cos ਅਲਫਾ ਬਣ ਜੂਗੀ, ਜੋ ਕਿ ਆਪਣੀ ਟੈਂਸ਼ਨ ਦਾ ਦੋ ਟੈਂਸ਼ਨ ਦਾ ਰਿਜ਼ਲਟੈਂਟ ਹੈ।
ਇੱਕ W ਵੇਟ ਹੈ ਤੇ ਇੱਕ ਰਿਐਕਸ਼ਨ ਹੈ। ਇਹ ਤਿੰਨੋਂ ਹੁਣ O ਦੇ ਉੱਪਰ ਲੱਗ ਰਹੀਆਂ ਨੇ। ਲੈਮੀ ਥਿਊਰਮ ਲਗਾ ਦਿਓ ਬੜੀ ਆਸਾਨੀ ਨਾਲ O ਦੇ ਉੱਪਰ। ਆਹ ਲੈਮੀ ਥਿਊਰਮ ਲੱਗ ਗਈ ਆਪਣੀ। ਇਹ ਤੋਂ ਆਪਣੀ T ਆ ਜਾਊਗੀ 1/2W 1 ਪਲੱਸ ਟੈਂਜੈਂਟ ਸਕੇਅਰ ਅਲਫਾ ਤੇ ਰਿਐਕਸ਼ਨ ਆ ਜਾਏਗਾ। ਤੇ ਜੇ ਆਪਾਂ ਧਿਆਨ ਨਾਲ ਦੇਖੀਏ ਟ੍ਰਾਇੰਗਲ OAD ਜੋ ਕਿ 90 ਡਿਗਰੀ ਐਂਗਲ ਹੈ, ਟੈਂਜਨ ਅਲਫਾ OD/AD ਦੇ ਬਰਾਬਰ ਹੋਊਗਾ। OD ਰੇਡੀਅਸ ਹੋ ਗਿਆ ਹੈ ਨਾ, ਤੇ AD ਆਪਣੀ ਲੈਂਥ ਹੈ L। ਇੱਥੇ ਪੁੱਟ ਕਰ ਦਿਓ ਇਸ ਜਗ੍ਹਾ ਤੇ ਟੈਂਜਨ ਅਲਫਾ ਦੀ ਵੈਲਿਊ ਹੈ ਨਾ, ਤੇ ਬਸ ਗੱਲ ਖਤਮ ਹੋ ਗਈ। ਕੋਈ ਕੁਐਸਚਨ ਜਿੱਦਾਂ ਮੈਂ ਹੈ ਹੀ ਨਹੀਂ ਸੀ ਇਸ ਵਿੱਚ। ਇਹਦੇ 'ਚ ਜੇ ਆਪਾਂ ਧਿਆਨ ਨਾਲ ਦੇਖੀਏ ਤਾਂ ਸਮਝਣ 'ਚ ਪ੍ਰੋਬਲਮ ਹੋ ਸਕਦੀ ਹੈ, ਅਦਰਵਾਈਜ਼ ਕੁਐਸਚਨ 'ਚ ਕੁਝ ਵੀ ਨਹੀਂ ਹੈਗਾ। ਸਿੰਪਲ ਲੈਮੀ ਥਿਊਰਮ ਲਗਾਈ ਜਾ ਰਹੀ ਆ ਪੁਆਇੰਟ O ਦੇ ਉੱਪਰ, ਜੋ ਕਿ ਸੈਂਟਰ ਜਿਹੜਾ ਹੈਗਾ ਡਿਸਕ ਦਾ ਹੈਗਾ। ਅਗਲਾ ਕੁਐਸਚਨ ਬਹੁਤ ਇੰਟਰਸਟਿੰਗ ਹੈਗਾ। ਮੈਂ ਇਸ ਨੂੰ ਨਾ ਇੱਥੋਂ ਹੀ ਮੈਂ ਸਟੇਟਮੈਂਟ ਨਹੀਂ ਰੀਡ ਕਰਦਾ ਹੈਗਾ। ਇਸ ਤਰ੍ਹਾਂ ਇੱਕ ਰੋਡ ਹੈ, ਠੀਕ ਹੈ, ਇਸ ਤਰ੍ਹਾਂ ਰੋਡ ਦੇ ਰੱਖੀ ਹੈ। ਕੁਐਸਚਨ ਨੰਬਰ ਹੈਗਾ ਇਹ 18 ਨੰਬਰ ਕੁਐਸਚਨ ਹੈਗਾ। ਤਾਂ ਇੱਕ ਰੋਡ ਹੈਗੀ ਇਸ ਤਰ੍ਹਾਂ, ਠੀਕ ਹੈ, ਆਹ ਵਾਲੀ ਇਸ ਤਰ੍ਹਾਂ। ਇਸ ਰੋਡ ਨੂੰ ਨਾ ਇੱਕ ਸਟਰਿੰਗ ਦੇ ਨਾਲ ਬੰਨਿਆ ਹੋਇਆ ਇਸ ਤਰ੍ਹਾਂ ਮੰਨ ਕੇ ਚੱਲੋ। ਅਤੇ ਉਹ ਸਟਰਿੰਗ ਇੱਥੇ ਟਾਈਪ ਬੰਨ੍ਹਤਾ ਕੰਧ ਦੇ ਉੱਪਰ। ਮੰਨ ਲਓ ਕੰਧ ਆ ਇਹ ਆਹ ਵਾਲੀ C ਦੇ ਉੱਪਰ ਬੰਨ੍ਹਤਾ, ਠੀਕ ਹੈ। ਯਾਨੀ ਕਿ ਰੋਡ ਜਿਹੜੀ ਆ ਥੱਲੇ ਨੂੰ ਆਊਗੀ, ਥੱਲੇ ਪਾਸੇ ਨੂੰ ਭਾਰ ਪਾਊਗੀ, ਯਾਨੀ ਕਿ ਸਟਰਿੰਗ ਦੇ ਵਿੱਚ ਇਸ ਸਟਰਿੰਗ 'ਚ ਖਿਚਾਅ ਪੈਦਾ ਹੋਏਗਾ, ਠੀਕ ਹੈ। ਆਹ ਪੁਆਇੰਟ C ਤੇ ਪੁਆਇੰਟ B ਦੋਨੋਂ ਜਿਹੜੇ ਹੈਗੇ ਇੱਕੋ ਹਾਈਟ 'ਤੇ ਹੈ। ਇਹ ਆਪਾਂ ਨੂੰ ਦੇ ਰੱਖੇ ਆ, ਠੀਕ ਹੈ, ਦੋ ਵੀ ਕੁਛ ਦੇ ਰੱਖਿਆ ਆਪਾਂ ਨੂੰ, ਇੱਕੋ ਹਾਈਟ 'ਤੇ ਹੈ। ਹੁਣ ਉਹ ਕੀ ਕੀਤਾ ਕਿ ਜਿਹੜਾ ਸਟਰਿੰਗ ਸੀਗਾ ਉਹਦੇ ਨਾ ਵੇਟ ਬੰਨ੍ਹਤਾ ਵਿਚਕਾਰ ਕਿਤੇ ਵੀ ਜਾਂ ਰਿੰਗ ਲਮਕਾਤੀ ਵਿਚਕਾਰ। ਉਸ ਰਿੰਗ ਦਾ ਵੇਟ W ਹੈ। ਹੁਣ ਉਹ ਸਟਰਿੰਗ ਫਿਰ ਥੱਲੇ ਨੂੰ ਬੈਠੂਗਾ। ਸਾਫ ਜੀ ਗੱਲ ਹੈ, ਜਿੱਥਾਂ ਕਿ ਥੱਲੇ ਨੂੰ ਬੈਠੂਗਾ ਤਾਂ ਸਟਰਿੰਗ ਜਿਹੜਾ ਐਂ ਝੁਕ ਜਾਏਗਾ ਐਂ ਕਰਕੇ, ਠੀਕ ਹੈ। ਮੈਂ ਦੁਬਾਰਾ ਫੇਰ ਰਿਪੀਟ ਕਰਦਾ ਹੈਗਾ। ਆਹ ਇੱਕ ਰੋਡ ਹੈ, ਠੀਕ ਹੈ। ਇੱਥੇ ਕੁਛ ਨਹੀਂ ਹੈਗਾ, ਤੇ ਹਿੰਜ ਵਗੈਰਾ ਨਹੀਂ ਹੈਗੀ। ਇੱਥੇ ਦੀਵਾਰ ਹੈ ਤੇ ਬਸ ਨਾਲ ਟਿਕਾਈ ਹੋਈ ਹੈ, ਬਸ। ਇਹ ਤੇ ਹਿੰਜ ਨਹੀਂ ਹੈਗੀ, ਜਸਟ ਇੱਕ ਦੀਵਾਰ ਦੇ ਨਾਲ ਵਿੱਚ ਇੱਥੇ ਟਿਕਾਈ ਹੋਈ ਹੈ। ਅਤੇ ਜਿਹੜਾ ਉੱਪਰਲਾ ਹੈ ਉਹ ਥੱਲੇ ਨੂੰ ਡੁੱਬੂਗਾ, ਉਹਨੂੰ ਠਿੱਗਣ ਤੋਂ ਬਚਾਉਣ ਲਈ ਇਸ ਤਰ੍ਹਾਂ ਸਟਰਿੰਗ ਬੰਨੀ ਹੋਈ ਹੈ ਇਸ ਤਰ੍ਹਾਂ, ਠੀਕ ਹੈ। ਹੁਣ ਆਹ ਸਟਰਿੰਗ ਪੂਰੀ ਤੜ ਦੇ ਵਿੱਚ ਹੈ। ਫਿਰ ਉਹਨਾਂ ਨੇ ਕੀ ਕੀਤਾ ਕਿ ਇਸ ਸਟਰਿੰਗ 'ਤੇ ਨਾ ਇੱਥੇ ਇੱਕ ਭਾਰੀ ਰਿੰਗ ਲਮਕਾਤੀ ਜਿਹਦਾ ਵੇਟ W ਹੈ। ਹੁਣ ਫਿਰ ਸਟਰਿੰਗ ਥੱਲੇ ਨੂੰ ਆਊਗਾ। ਆਹ ਸਟਰਿੰਗ ਬਣ ਗਿਆ ਹੁਣ ਇਸ ਤਰ੍ਹਾਂ। ਜਿਹੜਾ ਸਟਰਿੰਗ ਪਹਿਲਾਂ ਹੌਰੀਜੈਂਟਲ ਸੀਗਾ ਉਹ ਰਿੰਗ ਦੇ ਭਾਰ ਨਾਲ ਇਸ ਤਰ੍ਹਾਂ ਟ੍ਰਾਇੰਗਲ ਬਣਾਉਣ ਲੱਗ ਪਊਗਾ। ਇਸ ਤਰ੍ਹਾਂ ਹੁਣ ਵੇਟ ਥੱਲੇ ਨੂੰ ਆ ਰਿਹਾ ਹੈਗਾ W, ਠੀਕ ਹੈ। ਤਾਂ ਹੁਣ ਆਪਾਂ ਅੱਗੇ ਗੱਲਾਂ ਕਰਦੇ ਹਾਂ ਕਿ ਆਪਾਂ ਨੂੰ ਫਿਰ ਆਹ ਚੀਜ਼ ਪ੍ਰੂਵ ਕਰਨ ਨੂੰ ਕਹੀਏ ਕਿ L ਜਿਹੜਾ ਹੈਗਾ ਇੰਨਾ ਬਰਾਬਰ ਹੋਊਗਾ, ਠੀਕ ਹੈ। ਅਤੇ ਇਹ ਤੁਸੀਂ ਸਮਝ ਲਿਓ ਕੀ ਹੈ। ਮੈਂ ਦੁਬਾਰਾ ਰਿਪੀਟ ਕਰ ਦਿੰਦਾ ਹੈਗਾ। ਵੈਸੇ ਤਾਂ ਕੋਈ ਫਾਇਦਾ ਨਹੀਂ ਹੈਗਾ, ਠੀਕ ਹੈ। ਸਟਰਿੰਗ ਦੀ ਲੈਂਥ ਆਪਾਂ ਨੂੰ ਦੇ ਰੱਖੀ ਹੈਗੀ ਹੈ 2L ਦੇ ਬਰਾਬਰ। ਹੋਰ ਇੱਕ ਆਹ ਲੈਂਥ ਦੇ ਰੱਖੀ ਹੈਗੀ ਹੈ 2B। ਆਹ ਲੈਂਥ ਆਪਾਂ ਨੂੰ 2A ਦੇ ਰੱਖੀ ਹੈ, ਬਸ ਹੋਰ ਕੁਝ ਨਹੀਂ ਹੈਗਾ। ਤਾਂ ਆਪਾਂ ਨੂੰ ਹੁਣ ਕੀ ਹੈਗਾ ਕਿ ਕਿਉਂਕਿ ਇਹ ਰਿੰਗ ਲਮਕਾ ਰੱਖੀ ਇੱਥੇ ਟੈਂਸ਼ਨ T ਇੱਧਰ ਨੂੰ ਹੋਊਗੀ, ਇੱਕ ਟੈਂਸ਼ਨ T ਇੱਧਰ ਨੂੰ ਹੋਊਗੀ, ਬਰਾਬਰ ਹੀ ਹੋਣਗੀਆਂ, ਫਰਕ ਨਹੀਂ ਹੋਊਗਾ ਇਹਨਾਂ 'ਚ, ਕਿਉਂਕਿ ਇੱਥੇ ਬਿਲਕੁਲ ਸਮੂਥ ਜੰਕਸ਼ਨ ਹੈ। ਰਿੰਗ ਬਸ ਲਟਕਾਈ ਹੋਈ ਹੈ ਅਤੇ ਉਹ ਰਿੰਗ ਥੱਲੇ ਨੂੰ ਖਿੱਚ ਰਹੀ ਹੈ ਸਟਰਿੰਗ ਨੂੰ। ਤਾਂ ਸਮੂਥ ਹੋਣ ਕਰਕੇ ਦੋਨੋਂ ਟੈਂਸ਼ਨਸ ਬਰਾਬਰ ਹੋਣਗੀਆਂ। ਇਹ ਇੱਕ ਆ ਵੇਟ ਥੱਲੇ ਨੂੰ ਲੱਗ ਰਿਹਾ ਹੋਊਗਾ, ਠੀਕ ਹੈ, ਉਹਦਾ λW ਰੋਡ ਦਾ। ਅਤੇ ਉਸ ਤੋਂ ਬਾਅਦ ਇੱਥੇ ਕੋਈ ਨਾ ਕੋਈ ਰਿਐਕਸ਼ਨ ਵੀ ਹੋਊਗੀ। ਉਹ ਇੱਥੇ ਫਿਲਹਾਲ ਆਪਾਂ ਉਹਦੀ ਵਰਤੋਂ ਨਹੀਂ ਕਰ ਰਹੇ, ਕਿਉਂਕਿ ਨਾ ਉਹ ਰਿਐਕਸ਼ਨ ਟੋਟਲੀ ਮਿਸਟੀਰੀਅਸ ਜੀ ਹੋਊਗੀ। ਆਪਾਂ ਉਹਦਾ ਜ਼ਿਕਰ ਨਹੀਂ ਕਰਨਾ ਫਿਲਹਾਲ। ਰਿਐਕਸ਼ਨ ਹੋਊਗੀ ਜ਼ਰੂਰ ਇਹ ਪੁਆਇੰਟ ਦੇ ਉੱਪਰ, ਠੀਕ ਹੈ। ਉਹਦਾ ਕੋਈ ਰੋਲ ਵਿੱਚ ਹੈਗਾ ਵੀ ਨਹੀਂ ਗਾ, ਕੁਐਸਚਨ 'ਚ ਪੁੱਛਿਆ ਵੀ ਨਹੀਂ ਗਿਆ, ਅਤੇ ਨਾ ਹੀ ਆਪਾਂ ਜ਼ਿਕਰ ਕਰਨਾ ਹੈਗਾ। ਦੇਖਾਂਗੇ ਕਿਵੇਂ ਜ਼ਿਕਰ ਨਹੀਂ ਕਰਨਾ, ਕਿਵੇਂ ਵਿੱਚ ਨਹੀਂ ਲੈ ਕੇ ਆਉਣਾ, ਆਪਾਂ ਉਹਨੂੰ ਅਵੋਇਡ ਹੀ ਕਰਾਂਗੇ। ਇਹ ਵੀ ਆਪਣੀ ਰੋਡ ਆ ਜਿਸਦਾ ਵੇਟ λW ਹੈ। BOC ਸਟਰਿੰਗ ਹੈ ਜਿਹਦੇ ਵਿੱਚ ਆਪਾਂ ਇੱਕ ਹੈਵੀ ਰਿੰਗ ਲਮਕਾਈ ਹੋਈ ਹੈ ਪੁਆਇੰਟ O ਦੇ ਉੱਪਰ। ਤਾਂ COB ਨੂੰ ਥੀਟਾ ਮੰਨ ਲਓ ਅਤੇ ਜਿਹੜਾ CAB ਹੈ ਉਹਨੂੰ φ ਮੰਨ ਲਓ। ਇਕੁਇਲਿਬਰੀਅਮ 'ਚ ਕੀ ਹੋਊਗਾ, ਜਿਹੜੀ ਦੋਨਾਂ ਟੈਂਸ਼ਨ ਹੈ, ਆਹ ਵਾਲੀ ਟੈਂਸ਼ਨ ਅਤੇ ਆਹ ਵਾਲੀ ਟੈਂਸ਼ਨ, ਦੋਨਾਂ ਦਾ ਜਿਹੜਾ ਰਿਜ਼ਲਟੈਂਟ ਉੱਪਰਲੇ ਪਾਸੇ ਨੂੰ ਲੱਗੂਗਾ। ਉਹ ਕਿੰਨਾ ਹੋਊਗਾ 2T cos θ ਹੋਊਗਾ, ਹੈ ਨਾ। ਤਾਂ ਉਹ ਕੀ ਕਰੂਗਾ W ਵੇਟ ਨੂੰ, ਕਿਹਦਾ ਵੇਟ, ਰਿੰਗ ਦੇ ਵੇਟ ਨੂੰ ਬੈਲੈਂਸ ਕਰੇਗਾ, ਠੀਕ ਹੈ। ਟੈਂਸ਼ਨ ਲੌਂਗ OB ਐਂਡ OC ਮਸਟ ਬੈਲੈਂਸ ਵੇਟ W ਆਫ ਦਾ ਰਿੰਗ। ਦਸ 2T cos θ ਜਿਹੜਾ ਹੈਗਾ W ਦੇ ਬਰਾਬਰ ਹੋਊਗਾ, ਕਿਉਂਕਿ ਇਕੁਇਲਿਬਰੀਅਮ 'ਚ ਇਹ ਬਰਾਬਰ ਹੋਣੇ ਚਾਹੀਦੇ ਆ। ਇਹ ਚੀਜ਼ ਤੁਸੀਂ ਹੌਰੀਜੈਂਟਲੀ ਫੋਰਸਿਸ ਨੂੰ ਰਿਜ਼ੋਲਵ ਕਰਕੇ ਵੀ ਓਬਜ਼ਰਵ ਕਰ ਸਕਦੇ ਹੋ। ਤਾਂ ਟੂ ਅਵੋਇਡ ਅਨਨੋਨ, ਜਿਵੇਂ ਮੈਂ ਗੱਲ ਕੀਤੀ ਸੀਗੀ, ਟੂ ਅਵੋਇਡ ਅਨਨੋਨ ਜਾਂ ਜਿਹੜੀ ਮਿਸਟੀਰੀਅਸ ਰਿਐਕਸ਼ਨ ਉਹ ਕਿੰਨੀ ਹੋਊਗੀ, ਉਸ ਨੂੰ ਅਵੋਇਡ ਕਰਨ ਲਈ ਨਾ ਆਪਾਂ A ਦੇ ਅਬਾਊਟ ਹੀ ਮੂਵਮੈਂਟ ਲੈ ਲੈਂਦੇ ਹਾਂ, ਕਿਉਂਕਿ ਜੇ ਕੋਈ ਉੱਥੇ ਰਿਐਕਸ਼ਨ ਹੋਊਗੀ ਵੀ ਤਾਂ ਮੂਵਮੈਂਟ ਲੈਣ ਦੇ ਨਾਲ ਆਪਣੇ ਸੀਨ ਦੇ ਵਿੱਚ ਆਊਗੀ ਨਹੀਂ, ਠੀਕ ਹੈ। ਤਾਂ ਆਪਾਂ ਮੂਵਮੈਂਟ ਲੈ ਲੈਂਦੇ ਹਾਂ ਅਬਾਊਟ। ਮੂਵਮੈਂਟ ਲੈਣ 'ਤੇ ਇਸ ਤਰ੍ਹਾਂ ਰਿਲੇਸ਼ਨ ਬਣ ਗਈ ਹੈ, ਠੀਕ ਹੈ। ਇਹਦਾ ਟੈਂਸ਼ਨ ਦਾ ਜਿਹੜਾ ਡਿਸਟੈਂਸ ਹੈਗਾ ਪੁਆਇੰਟ A ਤੋਂ ਆ ਥੋੜ੍ਹਾ ਜਿਹਾ ਤੁਹਾਨੂੰ ਡਿਫੀਕਲਟੀ ਆਏਗੀ ਕਿ ਇਹ ਕਿੰਨਾ ਬਣਿਆ, ਤੁਸੀਂ ਖੁਦ ਦੇਖ ਲਿਓ ਕਿਵੇਂ ਬਣਾਇਆ ਹੈਗਾ।
ਤਾਂ ਡਿਸਟੈਂਸ ਹੈਗਾ ਟੈਂਸ਼ਨਸ ਦਾ, ਦੋਨਾਂ ਟੈਂਸ਼ਨਸ ਦਾ A ਤੋਂ 2A ਦਿਸ ਰਾਈਟ। ਇੱਧਰ ਆਪਣਾ W ਦਾ ਜਿਹੜਾ ਹੈਗਾ ਡਿਸਟੈਂਸ ਹੋਏਗਾ A sin phi ਹੋਊਗਾ A ਤੋਂ, ਉਹ ਸੌਖਾ ਹੀ ਹੈ। ਤਾਂ ਇਸ ਨੂੰ ਆਪਾਂ ਸਿੰਪਲੀਫਾਈ ਵਗੈਰਾ ਕਰਦੇ ਕਰਦੇ ਆਪਣਾ ਬਣ ਜਾਏਗਾ sin ਥੀਟਾ cos phi ਲੈਂਬੜਾ ਪਲੱਸ 1 cos ਥੀਟਾ sin phi ਦੇ ਬਰਾਬਰ ਹੋ ਜਾਊਗਾ, ਜਿਹਨੂੰ ਆਪਾਂ 1 ਨੰਬਰ ਕੁਐਸਚਨ ਕਹਿ ਦਾਂਗੇ। ਇਸੇ ਤਰ੍ਹਾਂ ਜਿਹੜਾ BC ਹੈਗਾ ਉਹ 2BD ਦੇ ਬਰਾਬਰ ਹੋਏਗਾ, ਬੜੀ ਸਿੰਪਲ ਜੀ ਗੱਲ ਹੈਗੀ ਹੈ। ਉਹ 2BO sin ਥੀਟਾ ਦੇ ਹੋ ਜਾਏਗਾ, BO ਜਿਹੜਾ ਹੈਗਾ ਉਹ L ਦੇ ਬਰਾਬਰ ਹੈ, ਤੇ 2L sin ਥੀਟਾ ਬਣ ਗਿਆ, ਯਾਨੀ ਕਿ BC ਕਿੰਨਾ ਬਣ ਗਿਆ 2L sin ਥੀਟਾ। ਪਰ BC ਆਪਣਾ AB sin phi ਦੇ ਬਰਾਬਰ ਵੀ ਹੈ, ਠੀਕ ਹੈ। ਤੇ ਆ ਦੋਨੋਂ ਬਰਾਬਰ ਹੋ ਜਾਣਗੇ ਫਿਰ, ਯਾਨੀ ਕਿ 2 ਕੱਟੇ ਜਾਣਗੇ, ਯਾਨੀ ਕਿ L sin ਥੀਟਾ A sin phi ਦੇ ਬਰਾਬਰ ਆ ਜਾਊਗਾ। ਇਹਨੂੰ ਆਪਾਂ 2 ਨੰਬਰ ਕੁਐਸਚਨ ਕਹਿ ਦਿੰਦੇ ਹੈਗੇ ਆ। ਉਸ ਤੋਂ ਬਾਅਦ ਜਿਹੜਾ AC ਹੈਗਾ AB cos phi ਦੇ ਬਰਾਬਰ ਹੈ। AC ਆਪਣਾ 2B ਦੇ ਬਰਾਬਰ ਹੈ, ਕਿਉਂਕਿ ਹਾਈਟ ਸੀ ਜਿਹੜੀ ਪੁਆਇੰਟ C ਦੀ, ਤੇ AB ਲੈਂਥ ਆਫ ਰੋਡ ਹੈ 2A ਹੈ। ਇੱਥੋਂ ਆਪਣਾ B ਬਰਾਬਰ A cos phi ਆ ਜਾਊਗਾ, ਹੈ ਨਾ। 2 ਇਸ ਨੂੰ ਆਪਾਂ 3 ਨੰਬਰ ਕਹਿ ਦਾਂਗੇ। ਤਾਂ 1 2 3 ਨੰਬਰ ਰਿਲੇਸ਼ਨ ਨੂੰ ਆਪਾਂ ਕੰਬਾਈਨ ਕਰਨਾ ਕਿ ਇਸ ਤਰ੍ਹਾਂ ਬਣ ਜਾਏਗਾ ਫਿਰ ਆਪਣਾ, ਠੀਕ ਹੈ। ਇਸ ਨੂੰ ਸਿੰਪਲੀਫਾਈ ਵਗੈਰਾ ਕਰਦੇ ਆਪਾਂ ਜਿਹੜੀ ਚੀਜ਼ ਆਪਾਂ ਪ੍ਰੂਵ ਕਰਨੀ ਹੈ ਉਹ ਪ੍ਰੂਵ ਹੋ ਜਾਏਗੀ। ਇੰਨਾ ਹੀ ਕੰਮ ਆ, ਹੋਰ ਕੁਝ ਨਹੀਂ ਹੈਗਾ, ਠੀਕ ਹੈ। ਤੇ ਅੱਜ ਲਈ ਮੇਰੇ ਖਿਆਲ ਇੰਨਾ ਕੀ ਬਹੁਤ ਹੈਗਾ। ਕੱਲ ਆਪਾਂ ਚੈਪਟਰ ਸਟਾਰਟ ਕਰਾਂਗੇ ਫ੍ਰਿਕਸ਼ਨ, 9 ਨੰਬਰ ਚੈਪਟਰ ਹੈਗਾ। ਉਹ ਥੋੜ੍ਹਾ ਜਿਹਾ ਇਹਦੇ ਨਾਲ ਆਸਾਨ ਹੈਗਾ, ਜ਼ਿਆਦਾ ਮੁਸ਼ਕਲ ਨਹੀਂ ਹੈਗਾ। ਇਹ ਕੁਐਸਚਨ ਥੋੜ੍ਹੇ ਮੁਸ਼ਕਲ ਸੀਗੇ, ਪਰ ਜੇ ਆਪਾਂ ਥੋੜ੍ਹੀ ਜਿਹੀ ਦੀ ਰਮਜ ਫੜ ਲਈਏ, ਕਿਉਂਕਿ ਇਹਦਾ ਸਿੰਪਲ ਜਿਹਾ ਆਈਡੀਆ ਕਲਿੱਕ ਦਿਮਾਗ 'ਚ ਕਰਨ ਦਾ ਕੀ ਹੈ ਕਿ ਆਪਾਂ ਸਹੀ ਤਰੀਕੇ ਨਾਲ ਫੋਰਸਿਸ ਨੂੰ ਦਿਖਾ ਸਕੀਏ ਕਿ ਫੋਰਸਿਸ ਕਿਵੇਂ ਲੱਗ ਰਹੀਆਂ ਨੇ। ਅਸਲੀ ਅਤੇ ਮੁਸ਼ਕਲ ਚੀਜ਼ ਉਹੀ ਹੈ, ਬਾਕੀ ਕਿਸੇ ਵੀ ਕੁਐਸਚਨ ਦਮ ਹੈ ਹੀ ਨਹੀਂਗਾ ਮੇਰੀ ਨਜ਼ਰ ਦੇ ਵਿੱਚ।